हाँ जी, बहुत सारे स्टूडेंट्स ਨੂੰ ਰੀਡਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਆ। ਬਹੁਤ ਸਾਰੇ ਸਟੂਡੈਂਟ ਇਹ ਕੰਪਲੇਂਟ ਕਰਦੇ ਆ ਕਿ ਉਹ 60 ਮਿੰਟ ਦੇ ਵਿੱਚ 40 ਕੁਐਸਚਨਸ ਨੂੰ ਅਟੈਂਪਟ ਨਹੀਂ ਕਰ ਪਾਉਂਦੇ ਜਾਂ ਫਿਰ ਉਹਨਾਂ ਦਾ ਸਕੋਰ ਵਾਰ-ਵਾਰ ਐਗਜ਼ਾਮ ਦੇਣ ਤੇ 5 5.5 ਤੱਕ ਰਹਿ ਜਾਂਦਾ ਹੈ। ਸੋ ਮੈਂ ਅੱਜ ਇੱਕ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜਿੱਥੋਂ ਤੁਸੀਂ ਸਿੱਖ ਸਕਦੇ ਹੋ ਸਿੰਪਲ ਮਾਸਟਰ ਟਿਪਸ ਜਿਹਨੂੰ ਕਿ ਹਰ ਇੱਕ ਬੰਦਾ ਘਰ ਬੈਠ ਕੇ ਹੀ ਸਿੱਖ ਸਕਦਾ ਹੈ ਤੇ ਘਰ ਬੈਠੇ ਹੀ ਆਪਣੀ ਰੀਡਿੰਗ ਦੇ ਵਿੱਚ ਇੰਪਰੂਵਮੈਂਟ ਲੈ ਕੇ ਆ ਸਕਦਾ ਹੈ। ਸੋ ਇਸ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਅਗਰ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਥੈਂਕ ਯੂ। ਜੀ ਜੋ ਰੀਡਿੰਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਉਹ ਹੈ ਟਾਈਮ ਮੈਨੇਜਮੈਂਟ। ਸੋ ਆਪਣੇ ਸਕੋਰ ਨੂੰ ਬੂਸਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਤੁਸੀਂ ਆਪਣੇ ਟਾਈਮ ਨੂੰ ਮੈਨੇਜ ਕਰੋ। ਦੇਖੋ ਸਾਡੇ ਕੋਲ ਇੰਸਟਰਕਸ਼ਨਸ ਕੀ ਹੈ, ਸਾਡੇ ਕੋਲ ਇੰਸਟਰਕਸ਼ਨਸ ਹੈ ਕਿ ਅਸੀਂ 60 ਮਿੰਟ ਦੇ ਵਿੱਚ ਆਪਣੇ ਰੀਡਿੰਗ ਨੂੰ ਕੰਪਲੀਟ ਕਰਨਾ ਹੁੰਦਾ ਹੈ। ਸੋ ਸਾਡੇ ਕੋਲ ਫਸਟ ਸੈਕਸ਼ਨ ਹੈ, ਫਸਟ ਸੈਕਸ਼ਨ ਨੂੰ ਕਰਨ ਦੇ ਲਈ 20 ਮਿੰਟਸ ਹੁੰਦੇ ਹੈ। ਅਗੇਨ ਸੈਕੰਡ ਤੇ ਥਰਡ ਸੈਕਸ਼ਨ ਕਰਨ ਲਈ 20 ਮਿੰਟਸ ਹੁੰਦੇ ਹਨ ਤੇ ਟੋਟਲ 60 ਮਿੰਟ ਸਾਨੂੰ ਮਿਲਦੇ ਹੈ ਰੀਡਿੰਗ ਨੂੰ ਸੋਲਵ ਕਰਨ ਦੇ ਲਈ। ਤੇ ਤੁਹਾਨੂੰ ਕੋਈ ਵੀ ਐਕਸਟਰਾ ਟਾਈਮ ਨਹੀਂ ਮਿਲਦਾ ਆਨਸਰਸ ਨੂੰ ਟ੍ਰਾਂਸਫਰ ਕਰਨ ਦੇ ਲਈ। ਬਟ ਆਪਾਂ ਤੁਹਾਨੂੰ ਇਹ ਸੁਜੈਸਟ ਕਰਦੇ ਹਾਂ ਕਿ ਤੁਸੀਂ ਆਪਣੀ ਰੀਡਿੰਗ ਨੂੰ ਟਰਾਈ ਕਰੋ ਕਿ 50 ਮਿੰਟ ਦੇ ਵਿੱਚ ਹੀ ਕੰਪਲੀਟ ਕਰੋ। ਰਾਈਟ, ਅਗਰ ਤੁਸੀਂ 50 ਮਿੰਟਸ ਦੇ ਵਿੱਚ ਆਪਣੀ ਰੀਡਿੰਗ ਨੂੰ ਕੰਪਲੀਟ ਕਰਦੇ ਹੋ, ਮੀਨਵਾਈਲ ਅਗਰ ਤੁਸੀਂ ਮੰਨ ਲਓ ਕਿ ਸੈਕਸ਼ਨ 1 ਤੇ 15 ਮਿੰਟ ਲਗਾਏ, ਸੈਕਸ਼ਨ 2 ਤੇ 15 ਮਿੰਟ ਲਗਾਏ ਐਂਡ ਸੈਕਸ਼ਨ 3 ਤੇ 20 ਮਿੰਟਸ ਲਗਾ ਕੇ 50 ਮਿੰਟ ਦੇ ਵਿੱਚ 40 ਕੁਐਸਚਨਸ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਆਪਣੇ ਆਨਸਰਸ ਵੀ ਇਹੀ 50 ਮਿੰਟ ਦੇ ਵਿੱਚ ਤੁਸੀਂ ਟ੍ਰਾਂਸਫਰ ਕਰਨੇ ਆ। ਰਾਈਟ, ਹੁਣ ਇਦਾਂ ਕਿਉਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ ਤੁਸੀਂ ਟਰਾਈ ਕੀ ਕਰਨਾ ਹੈ ਕਿ ਹਰ ਇੱਕ ਕੁਐਸਚਨ ਤੇ ਤੁਸੀਂ ਇੱਕ ਜਾਂ 1.5 ਮਿੰਟ ਸਪੈਂਡ ਕਰੋ। ਰਾਈਟ, ਹੁਣ ਕਿਉਂ ਕਰਨਾ ਹੈ ਕਿਉਂਕਿ ਦੇਖੋ ਬਹੁਤ ਸਾਰੇ ਸਟੂਡੈਂਟ ਕੀ ਕਰਦੇ ਆ, ਜਿਵੇਂ ਮੰਨ ਲਓ ਕਨਫਿਊਜ਼ ਹੋ ਜਾਂਦੇ, ਉਹਨਾਂ ਨੂੰ ਕੁਐਸਚਨਸ ਨਹੀਂ ਮਿਲਦੇ ਹੈਗੇ, ਉਹ ਇੱਕੋ ਹੀ ਕੁਐਸਚਨ ਤੇ ਸਟਕ ਹੋ ਜਾਂਦੇ ਆ। ਤੇ ਤੁਸੀਂ ਇੱਕ ਕੁਐਸਚਨ ਤੇ ਸਟਕ ਨਹੀਂ ਹੋਣਾਗਾ, ਠੀਕ ਹੈ। ਮੂਵ ਔਨ ਸਟ੍ਰੈਟੇਜੀ ਤੇ ਵਰਕ ਕਰਨਾ ਆ। ਮੂਵ ਔਨ ਸਟ੍ਰੈਟੇਜੀ ਦਾ ਮਤਲਬ ਕਿ ਜਿਹੜਾ ਕੁਐਸਚਨ ਤੁਹਾਨੂੰ ਨਹੀਂ ਮਿਲ ਰਿਹਾਗਾ ਉਹਨੂੰ ਸਕਿਪ ਕਰ ਦਿਓ, ਠੀਕ ਹੈ। ਉਹਨੂੰ ਬਾਅਦ ਵਿੱਚ ਦੇਖਾਂਗੇ, ਅਗਰ ਟਾਈਮ ਮਿਲਿਆ ਤਾਂ ਉਹਨੂੰ ਬਾਅਦ ਵਿੱਚ ਕਰਾਂਗੇ। ਬਟ ਤੁਸੀਂ ਕੀ ਕਰਨਾ ਹੈ ਕਿ ਨੈਕਸਟ ਕੁਐਸਚਨ ਕਰੋ, ਕਿਉਂਕਿ ਜਦੋਂ ਅਸੀਂ ਇੱਕ ਕੁਐਸਚਨ ਤੇ ਸਟਕ ਹੋ ਜਾਂਦੇ ਤਾਂ ਉਹ ਸਾਡਾ ਅਗਲੇ ਕੁਐਸਚਨ ਦਾ ਵੀ ਟਾਈਮ ਖਾ ਜਾਂਦਾ ਹੈ ਉਹ ਕੁਐਸਚਨ। ਰਾਈਟ, ਤੇ ਤੁਸੀਂ ਹਰ ਇੱਕ ਕੁਐਸਚਨ ਨੂੰ 1 ਤੋਂ 1.5 ਮਿੰਟ ਦੇਣਾ ਆ। ਅਗਰ ਕੋਈ ਕੁਐਸਚਨ 1 ਮਿੰਟ ਤੋਂ ਵੱਧ ਦਾ ਟਾਈਮ ਲੈ ਰਿਹਾ ਵਾ ਤਾਂ ਉਹਨੂੰ ਤੁਸੀਂ ਸਕਿਪ ਕਰ ਦਿਓ, ਮੂਵ ਔਨ ਕਰੋ ਨੈਕਸਟ ਕੁਐਸਚਨ ਤੇ। ਤੁਸੀਂ ਟਰਾਈ ਕਰਨਾ ਹੈ ਕਿ ਜਿਹੜਾ 50 ਮਿੰਟ ਦੇ ਵਿੱਚ ਤੁਹਾਨੂੰ ਮੈਂ ਰੀਡਿੰਗ ਕਰਨ ਲਈ ਕਹਿ ਰਹੀ ਹਾਂ ਕਿ 50 ਮਿੰਟ ਦੇ ਵਿੱਚ ਤੁਸੀਂ 40 ਦੇ 40 ਕੁਐਸਚਨਸ ਨੂੰ ਅਟੈਂਪਟ ਕਰੋ। ਦੇਖੋ 40 ਕੁਐਸਚਨਸ ਨੂੰ ਅਟੈਂਪਟ ਕਰਨਾ ਬਹੁਤ ਜ਼ਰੂਰੀ ਆ। ਅਗਰ ਤੁਸੀਂ 40 ਕੁਐਸਚਨਸ ਅਟੈਂਪਟ ਨਹੀਂ ਕਰਦੇ ਤਾਂ ਤੁਸੀਂ ਇਹ ਐਕਸਪੈਕਟ ਨਾ ਕਰੋ ਕਿ ਤੁਹਾਡੇ ਸਕੋਰ ਹਾਈ ਆਉਣਗੇ। ਇਸੇ ਕਰਕੇ ਸਾਡੇ ਅਗਰ ਤੁਸੀਂ ਮੰਨ ਲਓ, ਦੇਖੋ ਬਹੁਤ ਸਾਰੇ ਸਟੂਡੈਂਟਸ ਦੀ ਨਾ ਇਹ ਕੰਪਲੇਂਟ ਹੁੰਦੀ ਹੈ ਕਿ ਉਹ 60 ਮਿੰਟ ਦੇ ਵਿੱਚ ਉਹਨਾਂ ਤੋਂ 2 ਹੀ ਪੈਸੇਜ ਹੁੰਦੇ ਨੇਗੇ। ਰਾਈਟ, 2 ਪੈਸੇਜ ਮਤਲਬ 27 ਕੁਐਸਚਨ ਹੁੰਦੇ ਆ, 27 28 ਕੁਐਸਚਨ ਹੀ ਸੋਲਵ ਕਰ ਪਾਉਂਦੇ ਆ। ਹੁਣ ਅਗਰ ਤੁਸੀਂ ਅਟੈਂਪਟ ਹੀ 27 ਜਾਂ 28 ਕੁਐਸਚਨ ਕਰ ਰਹੇ ਹੋ ਤਾਂ ਉਹਦੇ ਵਿੱਚ ਕੀ ਸਕੋਰ ਆਏਗਾ? 17 to 18 ਸਕੋਰ ਹੀ ਆਏਗਾ। ਰਾਈਟ, ਤਾਂ ਇਸ ਲਈ ਬਹੁਤ ਹੀ ਇੰਪੋਰਟੈਂਟ ਆ ਕਿ ਅਗਰ ਤੁਸੀਂ ਸਕੋਰ ਹਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ 40 ਦੇ 40 ਕੁਐਸਚਨਸ ਅਟੈਂਪਟ ਕਰੋ। ਤਾਂ ਅਗਰ ਤੁਸੀਂ ਇੱਕ ਕੁਐਸਚਨ ਤੇ 1 ਜਾਂ 1.5 ਮਿੰਟ ਲਗਾਉਂਦੇ ਹੋ, ਠੀਕ ਹੈ, ਅਗਰ ਤੁਸੀਂ ਇੱਕ ਕੁਐਸਚਨ ਤੇ 1 ਤੋਂ 1.5 ਮਿੰਟ ਲਗਾਉਂਦੇ ਹੋ ਤੇ ਤੁਸੀਂ ਆਪਣੇ ਕੁਐਸਚਨਸ ਮੰਨ ਲਓ 50 ਮਿੰਟ ਦੇ ਵਿੱਚ 25 to 26 ਹੀ ਕੁਐਸਚਨ ਸੋਲਵ ਕਰ ਪਾਉਂਦੇ ਹੋ। ਕਿਉਂਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਬਹੁਤ ਸਾਰੇ ਕੁਐਸਚਨ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਤੁਹਾਨੂੰ 1 ਮਿੰਟ ਦੇ ਅੰਦਰ ਨਹੀਂ ਮਿਲਣਗੇ। ਤਾਂ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਸਕਿਪ ਕਰਦੇ ਜਾਣਾ ਹੈ, ਠੀਕ ਹੈ। ਤੁਸੀਂ ਕੁਐਸਚਨਸ ਨੂੰ ਸਕਿਪ ਕਰਦੇ ਜਾਣਾ ਆ, ਮੂਵ ਔਨ ਸਟ੍ਰੈਟੇਜੀ ਤੇ ਵਰਕ ਕਰਨਾ ਆ। ਤਾਂ ਮੰਨ ਲਓ ਸਕਿਪ ਕਰਦੇ ਆ ਤੁਸੀਂ 25 to 26 ਕੁਐਸਚਨ ਹੀ ਸੋਲਵ ਕੀਤੇ ਆ 50 ਮਿੰਟ ਦੇ ਅੰਦਰ ਐਂਡ ਤੁਸੀਂ 14 ਤੋਂ 15 ਕੁਐਸਚਨ ਨੂੰ ਸਕਿਪ ਕਰਤਾ। ਮਤਲਬ ਇਹ ਉਹ ਵਾਲੇ ਕੁਐਸਚਨਸ ਨੇ ਜਿਹੜੇ ਤੁਹਾਨੂੰ ਮਿਲ ਨਹੀਂ ਰਹੇ ਜਾਂ ਫਿਰ ਤੁਸੀਂ ਕਨਫਿਊਜ਼ ਹੋ ਰਹੇ ਹੋ ਕਿ ਮੈਂ ਆਨਸਰ ਦਾ ਟਰੂ ਲਗਾਵਾਂ, ਫਾਲਸ ਲਗਾਵਾਂ, ਮੈਂ ਦਾ ਆਨਸਰ A ਲਗਾਵਾਂ ਜਾਂ B ਲਗਾਵਾਂ। ਅਗਰ ਤੁਸੀਂ ਕਨਫਿਊਜ਼ ਹੋ ਰਹੇ ਤਾਂ ਉਸ ਕੇਸ ਦੇ ਵਿੱਚ ਤੁਸੀਂ ਕੀ ਕਰਨਾ ਆ, ਕੁਐਸਚਨਸ ਨੂੰ ਸਕਿਪ ਕਰ ਦੇਣਾ ਹੈ। ਔਰ ਅਗਰ ਤੁਸੀਂ ਇਹ 50 ਮਿੰਟ ਦੇ ਵਿੱਚ 25 to 26 ਕੁਐਸਚਨ ਸੋਲਵ ਕਰਦੇ ਹੋ ਔਰ 14 to 15 ਕੁਐਸਚਨ ਵੀ ਸਕਿਪ ਕਰ ਦਿੰਦੇ ਹੋ ਤੇ ਅਗਰ ਆਪਾਂ ਦੇਖੀਏ ਕਿ ਹੁਣ 25 ਤੋਂ 26 ਕੁਐਸਚਨ ਜਿਹੜੇ ਤੁਸੀਂ ਸੋਲਵ ਕੀਤੇ ਹੁਣ ਸਾਰੇ ਤਾਂ ਕਰੈਕਟ ਹੋਣਗੇ ਨਹੀਂ। ਅਗਰ ਤੁਸੀਂ ਇਹਦੇ ਵਿੱਚ 17 to 18 ਕੁਐਸਚਨ ਹੀ ਕਰੈਕਟ ਕਰ ਦਿੰਦੇ ਹੋ, ਠੀਕ ਹੈ, 17 to 18 ਕੁਐਸਚਨ ਕਰੈਕਟ ਕਰ ਦਿੰਦੇ ਹੋ ਤਾਂ ਹੁਣ ਆਪਣੇ ਕੋਲ ਐਕਚੁਅਲ ਟਾਈਮ ਸੀਗਾ ਜਿਹੜਾ ਕੁਐਸਚਨ ਨੂੰ ਸੋਲਵ ਕਰਨ ਦਾ ਉਹ ਸੀਗਾ 60 ਮਿੰਟ ਦਾ, ਜੋ ਆਪਾਂ ਨੂੰ ਆਈਡੀਪੀ ਟਾਈਮ ਦਿੰਦੀ ਹੈ
60 ਮਿੰਟ ਦਿੰਦੀ ਹੈ, ਬਟ ਆਪਾਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ 50 ਮਿੰਟ ਵਿੱਚ ਆਪਣੇ ਕੁਐਸਚਨ ਨੂੰ ਸੋਲਵ ਕਰਨਾ ਹੈ। ਤੇ ਤੁਸੀਂ 10 ਮਿੰਟ ਸੇਵ ਕਰ ਲੈਂਦੇ ਹੋ ਬੇਸਿਕਲੀ। ਤਾਂ ਜਿਹੜੇ ਤੁਸੀਂ 10 ਮਿੰਟ ਸੇਵ ਕਰਨੇ ਆ, ਹੁਣ ਜਿਹੜੇ 14 ਤੋਂ 15 ਕੁਐਸਚਨ ਤੁਸੀਂ ਸਕਿਪ ਕੀਤੇ ਸੀ, ਇਹ 10 ਮਿੰਟ ਦੇ ਅੰਦਰ ਤੁਸੀਂ ਇਹਨਾਂ ਕੁਐਸਚਨਸ ਨੂੰ ਦੁਬਾਰਾ ਕਰਨਾ ਹੈ। ਹੁਣ ਦੇਖੋ ਤੁਸੀਂ ਕਹੋਗੇ ਕਿ 10 ਜਦੋਂ 50 ਮਿੰਟ ਦੇ ਵਿੱਚ 40 ਕੁਐਸਚਨ ਪੂਰੇ ਕੰਪਲੀਟ ਨਹੀਂ ਹੋਏ ਹੈਗੇ, ਤਾਂ ਹੁਣ 10 ਮਿੰਟ ਦੇ ਵਿੱਚ ਕੀ ਦਿਨ ਤੁੱਕੇ ਚੱਲ ਜਾਣਗੇ। ਦੇਖੋ ਤੁਸੀਂ ਲੋਕੇਸ਼ਨ ਦਾ 14 ਤੋਂ 15 ਕੁਐਸਚਨਸ ਹੀ ਫਾਈਂਡ ਆਊਟ ਕੀਤੀ ਸੀਗੀ, ਬਟ ਤੁਸੀਂ ਕਨਫਿਊਜ਼ ਹੋ ਰਹੇ ਸੀ ਕਿ ਆਨਸਰ ਕੀ ਲਗਾਈਏ ਐਂਡ ਤੁਹਾਨੂੰ ਪਤਾ ਨਹੀਂ ਸੀ ਲੱਗ ਰਿਹਾ। ਕਨਫਿਊਜ਼ਨ ਦੇ ਕੇਸ ਦੇ ਵਿੱਚ ਤੁਸੀਂ ਕੁਐਸਚਨਸ ਨੂੰ ਸਕਿਪ ਕੀਤਾ ਸੀਗਾ, ਤਾਂ ਤੁਸੀਂ ਦੁਬਾਰਾ 10 ਮਿੰਟ ਇੰਨਾ ਹੀ ਕੁਐਸਚਨਸ ਤੇ ਲਗਾਉਣਾ ਆ। ਲੋਕੇਸ਼ਨ ਤੁਸੀਂ ਫਾਈਂਡ ਕੀਤੀ ਹੋਈ ਆ, ਉਹਨੂੰ ਤੁਸੀਂ ਡੀਪਲੀ ਰੀਡ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਮੇਰਾ ਆਨਸਰ ਕੀ ਹੋ ਸਕਦਾ ਆ। ਅਗਰ ਤੁਸੀਂ, ਮੈਂ ਕਹਿੰਦੀ ਹਾਂ ਕਿ 14 ਤੋਂ 15 ਕੁਐਸਚਨ ਦੇ ਵਿੱਚ ਸਾਰੇ 10 ਮਿੰਟ ਦੇ ਵਿੱਚ ਨਹੀਂ ਸੋਲਵ ਹੋਣਗੇ, ਮੈਨੂੰ ਪਤਾ ਆ। ਅਗਰ ਤੁਸੀਂ 8 ਤੋਂ 9 ਕੁਐਸਚਨ ਵੀ ਸੋਲਵ ਕਰ ਲੈਂਦੇ ਹੋ, ਠੀਕ ਹੈ, 8 ਤੋਂ 9 ਕੁਐਸਚਨ, ਚਾਹੇ 4 ਕੁਐਸਚਨ ਤੁਸੀਂ ਫਾਈਂਡ ਆਊਟ ਕਰ ਲਏ 10 ਮਿੰਟ ਦੇ ਵਿੱਚ, ਚਾਹੇ 4 ਕੁਐਸਚਨ ਦਾ ਤੁਹਾਡਾ ਤੁੱਕਾ ਚੱਲ ਗਿਆ, ਠੀਕ ਹੈ, ਕੁਝ ਵੀ ਹੈ, ਤਾਂ ਅਗਰ ਤੁਸੀਂ ਇਹਨਾਂ 10 ਮਿੰਟ ਦੇ ਵਿੱਚ 8 ਤੋਂ 9 ਕੁਐਸਚਨ ਵੀ ਸਹੀ ਕਰ ਲੈਂਦੇ ਹੋ ਇਹਨਾਂ ਸਕਿਪ ਕੀਤੇ ਹੋਏ ਕੁਐਸਚਨਸ ਵਿੱਚੋਂ, ਔਰ ਅਗਰ ਤੁਸੀਂ 17-18 ਕੁਐਸਚਨ ਸਹੀ ਕੀਤੇ, 9 ਕੁਐਸਚਨ ਇਹਦੇ ਵਿੱਚ ਸਹੀ ਕਰ ਲਏ, 27 ਤੁਸੀਂ ਟੋਟਲ ਕੁਐਸਚਨ ਸਹੀ ਕਰ ਲਏ 40 ਕੁਐਸਚਨਸ ਦੇ ਵਿੱਚੋਂ, ਤਾਂ ਤੁਹਾਡੇ 6.5 ਬੈਂਡ ਬਣ ਜਾਣਗੇ। ਔਰ ਇਹ ਮੈਂ ਤੁਹਾਡੀ ਗੱਲ ਕਰ ਰਹੀ ਹਾਂ ਮਿਨੀਮਮ ਬੈਂਡ ਦੀ, ਮਤਲਬ ਤੁਸੀਂ ਮਿਨੀਮਮ ਫਸਟ ਡੇ ਤੋਂ ਅਗਰ ਤੁਸੀਂ ਟਾਈਮ ਮੈਨੇਜਮੈਂਟ ਤੇ ਵਰਕ ਕਰੋਗੇ, ਟਾਈਮ ਮੈਨੇਜਮੈਂਟ ਤੇ ਅਗਰ ਤੁਸੀਂ ਫਸਟ ਡੇ ਤੋਂ ਵਰਕ ਕਰਨਾ ਸਟਾਰਟ ਕਰਦੇ ਹੋ, ਤਾਂ ਮੇਰੀ ਗਾਰੰਟੀ ਹੈ ਕਿ ਤੁਸੀਂ 27 ਸਕੋਰ ਕਰ ਸਕਦੇ ਹੋ ਅਚੀਵ। ਕੋਈ ਬਹੁਤੀ ਔਖੀ ਗੱਲ ਨਹੀਂ ਹੈਗੀ, 6.5 ਈਜ਼ਲੀ ਤੁਹਾਡੇ ਆ ਸਕਦੇ ਆ। ਔਰ ਅਗਰ ਤੁਸੀਂ ਇਸ ਅਕੋਰਡਿੰਗ ਹੀ, ਮਤਲਬ 50 ਮਿੰਟ ਦੇ ਅਕੋਰਡਿੰਗ ਹੀ ਆਪਣੇ, ਔਰ ਮੂਵ ਔਨ ਸਟ੍ਰੈਟਜੀ ਦੇ ਨਾਲ, ਸਭ ਤੋਂ ਇੰਪੋਰਟੈਂਟ ਕੀ ਹੈ, ਮੂਵ ਔਨ ਸਟ੍ਰੈਟਜੀ। ਅਗਰ ਤੁਸੀਂ ਮੂਵ ਔਨ ਸਟ੍ਰੈਟਜੀ ਦੀ ਹੈਲਪ ਦੇ ਨਾਲ ਤੁਸੀਂ ਆਪਣੇ ਕੁਐਸਚਨਸ ਨੂੰ ਸੋਲਵ ਕਰੋਗੇ, ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਊਗਾ ਕੁਐਸਚਨਸ ਨੂੰ ਫਾਈਂਡ ਆਊਟ ਕਰਨਾ। ਔਰ ਮੇਰੀ ਗਾਰੰਟੀ ਹੈ ਕਿ ਜਿਹੜੇ ਸਟੂਡੈਂਟਸ ਕੰਪਲੇਨ ਕਰਦੇ ਆ ਕਿ ਸਾਡਾ 60 ਮਿੰਟ ਦੇ ਵਿੱਚ ਸਾਡੇ ਤੋਂ 3 ਪੈਸੇਜ ਅਟੈਂਪਟ ਨਹੀਂ ਹੁੰਦੇ, ਸਾਡੇ ਤੋਂ 2 ਹੀ ਪੈਸੇਜ ਹੁੰਦੇ ਆ, 1 ਪੈਸੇਜ ਰਹਿ ਗਿਆ, ਤਾਂ ਉਹ ਕੰਪਲੇਂਟ ਤੁਹਾਡੀ ਮੂਵ ਔਨ ਸਟ੍ਰੈਟਜੀ ਦੀ ਹੈਲਪ ਨਾਲ ਕਲੀਅਰ ਹੋ ਸਕਦੀ ਆ। ਮੂਵ ਔਨ ਸਟ੍ਰੈਟਜੀ ਅਪਲਾਈ ਕਰੋ, ਇੱਕ ਕੁਐਸਚਨ ਤੇ ਸਟਕ ਨਾ ਹੋਵੋ, ਇੱਕ ਕੁਐਸਚਨ ਨੂੰ ਸਿਰਫ 1 ਤੋਂ 1.5 ਮਿੰਟ ਹੀ ਦਿਓ, ਔਰ ਮੇਰੀ ਗਾਰੰਟੀ ਹੈ ਕਿ ਤੁਸੀਂ 40 ਦੇ 40 ਕੁਐਸਚਨਸ ਅਟੈਂਪਟ ਕਰ ਸਕਦੇ ਹੋ। ਅਗਰ ਸਕਿਪ ਵੀ ਕਰ ਲੈਂਦੇ ਹੋ ਤਾਂ 10 ਮਿੰਟ ਤੁਸੀਂ ਜਿਹੜੇ ਤੁਹਾਡੇ ਕੋਲ ਐਕਸਟਰਾ ਤੁਸੀਂ ਲਗਾਏ ਸੀਗੇ, ਉਹ 10 ਮਿੰਟ ਇਹਨਾਂ ਕੁਐਸਚਨ ਸਕਿਪ ਕੀਤੇ ਹੋਏ ਕੁਐਸਚਨਸ ਤੇ ਲਗਾਓ, ਔਰ ਮੇਰੀ ਗਾਰੰਟੀ ਹੈ ਕਿ ਤੁਸੀਂ 8 to 9 ਕੁਐਸਚਨ ਉਹਨਾਂ ਸਕਿਪ ਕੁਐਸਚਨਸ ਦੇ ਵਿੱਚੋਂ ਐਂਡ 17 to 18 ਕੁਐਸਚਨਸ ਜਿਹੜੇ ਤੁਸੀਂ ਟਾਈਮ, ਮਤਲਬ ਜਿਹੜੇ ਤੁਹਾਨੂੰ ਕੁਐਸਚਨ ਮਿਲੇ ਸੀ ਉਹਦੇ ਵਿੱਚੋਂ ਕਰੈਕਟ ਕਰਕੇ 27 ਮਿਨੀਮਮ ਤੁਸੀਂ ਈਜ਼ਲੀ ਅਚੀਵ ਕਰ ਸਕਦੇ ਹੋ। 6.5 ਤੁਸੀਂ ਈਜ਼ਲੀ ਲੈ ਸਕਦੇ ਹੋ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ 1 ਤੋਂ 1.5 ਮਿੰਟ ਸਪੈਂਡ ਕਰਨਾ ਹੈ ਹਰ ਇੱਕ ਕੁਐਸਚਨ ਤੇ। ਹੁਣ ਤੁਸੀਂ ਕਹੋਗੇ ਕਿ ਹਰ ਕੁਐਸਚਨ 1 ਮਿੰਟ ਦੇ ਅੰਦਰ ਤੇ ਮਿਲੇਗਾ ਨਹੀਂ, ਠੀਕ ਹੈ। ਹੁਣ ਹਰ ਇੱਕ ਕੁਐਸਚਨ ਤੁਹਾਨੂੰ 1 ਮਿੰਟ 'ਚ ਤੇ ਮਿਲੇਗਾ ਨਹੀਂ, ਤਾਂ ਉਹ ਤੁਸੀਂ ਫਾਈਂਡ ਕਿਵੇਂ ਕਰਨਾ ਹੈ, ਉਹਦੀ ਸਟ੍ਰੈਟੇਜੀ ਕੀ ਹੈ, ਠੀਕ ਹੈ। 1 ਮਿੰਟ ਦੇ ਵਿੱਚ ਕੁਐਸਚਨਸ ਨੂੰ ਫਾਈਂਡ ਕਰਨ ਦੀ ਸਟ੍ਰੈਟੇਜੀ ਕੀ ਹੈ? ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ, ਆਪਣੇ ਸੈਂਟੈਂਸ ਨੂੰ ਬ੍ਰੇਕ ਕਰਨਾ ਆ ਤਾਂ ਕਿ ਤੁਹਾਨੂੰ ਇੱਕ ਬੈਟਰ ਅੰਡਰਸਟੈਂਡਿੰਗ ਹੋ ਸਕੇ। ਅਗਰ ਤੁਸੀਂ ਆਪਣੇ ਸੈਂਟੈਂਸ ਨੂੰ ਬ੍ਰੇਕ ਕਰ ਲੈਂਦੇ ਤਾਂ ਤੁਹਾਨੂੰ ਸੈਂਟੈਂਸ ਬਹੁਤ ਚੰਗੀ ਤਰ੍ਹਾਂ ਸਮਝ ਆਏਗਾ। ਕੁਝ ਵੀ ਤੁਸੀਂ ਕੋਈ ਵੀ ਵਰਡ, ਕੋਈ ਵੀ ਇਨਫੋਰਮੇਸ਼ਨ ਤੁਸੀਂ ਛੱਡੋਗੇ ਨਹੀਂ, ਔਰ ਜਦੋਂ ਤੁਸੀਂ ਹਰ ਇੱਕ ਇਨਫੋਰਮੇਸ਼ਨ ਨੂੰ ਨਾਲ ਲੈ ਕੇ ਚੱਲੋਗੇ ਤਾਂ ਤੁਹਾਨੂੰ ਆਨਸਰ ਫਾਈਂਡ ਕਰਨਾ ਬਹੁਤ ਈਜ਼ੀ ਹੋ ਜਾਊਗਾ, ਰਾਈਟ। ਜਿਵੇਂ ਮੈਂ ਐਗਜ਼ਾਮਪਲ ਲਈ ਆ, theorists claim that amber must be submerged at some point during its formation process। ਤਾਂ ਮੈਂ ਇਹਨੂੰ ਬ੍ਰੇਕ ਕਰ ਲਿਆ। ਬ੍ਰੇਕ ਮਤਲਬ ਮੈਂ ਬਾਕਸਸ ਕ੍ਰੀਏਟ ਕਰ ਲਿਆ। ਜਿਵੇਂ ਇਹ ਕੀ ਕਹਿ ਰਿਹਾ, theorist claim, ਮਤਲਬ ਜਿਹੜੇ theorist ਨੇ ਉਹ claim ਕਰਦੇ ਹੈ ਕਿ amber must be submerged, ਕਿ ਜਿਹੜਾ amber ਹੈ ਉਹ submerge ਹੋਣਾ ਚਾਹੀਦਾ ਆ at some point, ਇੱਕ particular point ਤੇ during its formation process। ਇਹਦੇ ਫਾਰਮੇਸ਼ਨ ਪ੍ਰੋਸੈਸ ਤੇ ਇੱਕ ਪਾਰਟਿਕੂਲਰ ਪੁਆਇੰਟ ਤੇ ਇਹ ਸਬਮਰਜ ਹੋਣਾ ਚਾਹੀਦਾ ਹੈ, ਰਾਈਟ। ਇਹ ਮੈਂ ਆਪਣੇ ਸੈਂਟੈਂਸ ਨੂੰ ਬ੍ਰੇਕ ਕਰ ਲਿਆ। ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਕਿਸੇ ਸੈਂਟੈਂਸ ਨੂੰ ਸਿੱਧਾ ਹੀ ਰੀਡ ਕਰੋਗੇ ਤਾਂ ਤੁਸੀਂ ਜਦੋਂ ਪੈਰਾਗ੍ਰਾਫ ਦੇ ਵਿੱਚ ਉਹਨੂੰ ਫਾਈਂਡ ਕਰਨ ਜਾਓਗੇ ਤਾਂ ਤੁਸੀਂ ਭੁੱਲ ਹੀ ਜਾਓਗੇ ਕਿ ਤੁਸੀਂ ਰੀਡ ਕੀ ਕੀਤਾ ਸੀ। ਇਸ ਲਈ ਸੈਂਟੈਂਸ ਨੂੰ ਬ੍ਰੇਕ ਕਰਨਾ ਬਹੁਤ ਇੰਪੋਰਟੈਂਟ ਹੈ। ਤੇ ਸਾਡਾ ਫਸਟ ਸਟੈਪ ਹੈਗਾ ਆ ਸਕਿਮਿੰਗ ਐਂਡ ਸਪੀਡ ਰੀਡਿੰਗ। ਸਕਿਮਿੰਗ ਦਾ ਮਤਲਬ ਕੀ ਹੈ ਕਿ ਤੁਸੀਂ
जो एक्सरसाइज ਤੁਹਾਨੂੰ ਦਿੱਤੀ ਗਈ ਹੈ ਤੁਸੀਂ ਉਹਨੂੰ ਉਹਦੀ ਕੁਇਕ ਰੀਡਿੰਗ ਕਰਨੀ ਹੈ, ਸਪੀਡੀ ਰੀਡਿੰਗ ਕਰਨੀ ਆ। ਸਕਿਮਿੰਗ ਕਰਨ ਲੱਗਿਆ ਤੁਸੀਂ ਕੀ ਕਰਨਾ ਹੈ, ਹਾਈਲਾਈਟ ਕਰਨੇ ਆ ਮੇਨ ਕੀਵਰਡ ਐਂਡ ਮਾਈਕਰੋ ਕੀਵਰਡਸ। ਮਾਈਕਰੋ ਕੀਵਰਡਸ ਨੂੰ ਹਾਈਲਾਈਟ ਕਰਕੇ ਤੁਸੀਂ ਮਤਲਬ ਦੇਖੋ ਤੁਹਾਨੂੰ ਟਿਊਟਰ ਜਿਹੜੇ ਆਇਲਸ ਟ੍ਰੇਨਰ ਨੇ ਇਹ ਗਾਈਡ ਕਰਦੇ ਸਟੂਡੈਂਟਸ ਨੂੰ ਤੁਸੀਂ ਕੀਵਰਡ ਮਾਰਕ ਕਰੋ, ਬਟ ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਮਾਈਕਰੋ ਕੀਵਰਡ ਕੀ ਹੁੰਦਾ ਆ। ਕੀਵਰਡ ਤਾਂ ਠੀਕ ਹੈ, ਨਾउन ਹੋ ਸਕਦਾ ਆ, ਕੋਈ ਈਅਰ ਜਾਂ ਡੇਟ ਹੋ ਸਕਦਾ ਆ, ਕੋਈ ਵੀ ਮੇਨ ਟੌਪਿਕ ਹੋ ਸਕਦਾ ਹੈ, ਬਟ ਮਾਈਕਰੋ ਕੀਵਰਡ ਕੀ ਆ? ਜਦੋਂ ਤੁਸੀਂ ਮਾਈਕਰੋ ਕੀਵਰਡ ਨੂੰ ਨੈਗਲੈਕਟ ਕਰ ਦਿੰਦੇ ਹੋ, ਇਹੀ ਰੀਜ਼ਨ ਹੁੰਦਾ ਆ ਕਿ ਤੁਹਾਡਾ ਜਿਹੜਾ ਆਨਸਰ ਆ ਤੁਸੀਂ ਟਰੂ ਲਗਾਤਾ ਬਟ ਸੀਗਾ ਆਨਸਰ ਫਾਲਸ, ਨਾਟ ਗਿਵਨ ਆਨਸਰ ਸੀਗਾ ਬਟ ਤੁਸੀਂ ਲਗਾਤਾ ਨੋ। ਇਹੀ ਰੀਜ਼ਨ ਹੁੰਦਾ ਹੈ ਕਿ ਤੁਸੀਂ ਕਰੈਕਟ ਆਨਸਰ ਨਹੀਂ ਫਾਈਂਡ ਕਰ ਪਾਉਂਦੇਗੇ। ਤਾਂ ਤੁਸੀਂ ਕੀਵਰਡ ਐਂਡ ਮਾਈਕਰੋ ਕੀਵਰਡ ਦੋਨੋਂ ਹੀ ਮਾਰਕ ਕਰਨੇ ਆ। ਕੀਵਰਡ ਦੇ ਅੰਦਰ ਤੁਸੀਂ ਕੋਈ ਵੀ ਅਗਰ ਨਾਮ ਆ ਰਿਹਾ, ਕਿਸੇ ਪਰਸਨ ਦਾ ਨੇਮ, ਕਿਸੇ ਪਲੇਸ ਦਾ, ਕੋਈ ਪਾਰਟਿਕੂਲਰ ਈਅਰ ਜਾਂ ਡੇਟ ਆ ਰਿਹਾ, ਉਹਨੂੰ ਫਾਈਂਡ ਕਰਨਾ, ਲੋਕੇਟ ਕਰਨਾ ਬਹੁਤ ਈਜ਼ੀ ਆ, ਰਾਈਟ? ਜਾਂ ਕੋਈ ਵੀ ਮੇਨ ਟੌਪਿਕ ਹੈ ਤੁਸੀਂ ਇਹਨੂੰ ਮਾਰਕ ਕਰੋ। ਐਂਡ ਮਾਈਕਰੋ ਕੀਵਰਡ ਦੇ ਵਿੱਚ ਕੋਈ ਵੀ ਹੈਲਪਿੰਗ ਵਰਬ ਹੈ, ਇਜ਼ ਐਮ ਆਰ ਯੂਜ਼ ਹੋ ਰਿਹਾ ਹੈ, ਵਾਜ਼ ਵਰ ਯੂਜ਼ ਹੋ ਰਿਹਾ, ਇਹਦੇ ਤੋਂ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡਾ ਜਿਹੜਾ ਸੈਂਟੈਂਸ ਹੈ ਪ੍ਰੈਜ਼ੈਂਟ ਦਾ ਹੈ, ਪਾਸਟ ਦਾ ਹੈ। ਔਰ ਤੁਸੀਂ ਜਾ ਕੇ ਦੇਖਣਾ ਲੋਕੇਸ਼ਨ ਦੇ ਵਿੱਚ ਤੁਹਾਨੂੰ ਪੈਸੇਜ ਦੇ ਵਿੱਚ ਬੇਸਿਕਲੀ ਕਿ ਉਹ ਸੈਂਟੈਂਸ ਪ੍ਰੈਜ਼ੈਂਟ ਦੇ ਵਿੱਚ ਜਾਂ ਪਾਸਟ ਵਿੱਚ, ਤੁਹਾਨੂੰ ਪਤਾ ਲੱਗ ਜਾਏਗਾ ਕਿ ਮੇਰੀ ਲੋਕੇਸ਼ਨ ਕੀ ਹੈ ਐਗਜ਼ੈਕਟ। ਹਾਂ, ਕੋਈ ਵੀ ਆਪੋਜ਼ਿਟ ਵਰਡ ਹੈ ਉਹ ਵੀ ਤੁਸੀਂ ਮਾਰਕ ਜ਼ਰੂਰ ਕਰਨਾ ਆ। ਆਪੋਜ਼ਿਟ ਵਰਡ ਕਿਉਂ ਮਾਰਕ ਕਰਨਾ? ਕਿਉਂਕਿ ਦੇਖੋ ਮੰਨ ਲਓ ਟਰੂ ਫਾਲਸ ਹੈ, ਟਰੂ ਫਾਲਸ ਦੇ ਵਿੱਚ ਮੰਨ ਲਓ ਤੁਹਾਨੂੰ ਲਿਖਿਆ ਆ ਗਿਆ ਫਿਊ, ਠੀਕ ਹੈ? ਹੁਣ ਫਿਊ ਦਾ ਆਪੋਜ਼ਿਟ ਵਰਡ ਕੀ ਹੋ ਸਕਦਾ ਆ? ਮੈਨੀ, ਮੋਰ। ਇਦਾਂ ਹੀ ਮੰਨ ਲਓ ਤੁਹਾਨੂੰ ਲਿਖਿਆ ਆ ਗਿਆ ਫਸਟ, ਠੀਕ ਹੈ? ਮੰਨ ਲਓ ਤੁਹਾਨੂੰ ਫਸਟ ਲਿਖਿਆ ਆ ਗਿਆ, ਹੁਣ ਫਸਟ ਦਾ ਆਪੋਜ਼ਿਟ ਵਰਡ ਕੀ ਹੋ ਸਕਦਾ ਆ? ਲਾਸਟ ਜਾਂ ਸੈਕਿੰਡ ਜਾਂ ਥਰਡ। ਤਾਂ ਤੁਸੀਂ ਇਹ ਵਾਲੇ ਵਰਡਸ ਦਾ ਧਿਆਨ ਜ਼ਰੂਰ ਰੱਖਣਾ ਆ, ਠੀਕ ਹੈ? ਇਹ ਹੋ ਵੀ ਤੁਹਾਡੀ ਸਕਿਮਿੰਗ ਜੋ ਤੁਸੀਂ ਕਰਨੀ ਆ ਉਹ ਐਕਸਰਸਾਈਜ਼ ਵਾਲੇ ਪਾਰਟ ਦੀ ਕਰਨੀ ਆ। ਸੈਕਿੰਡ ਆਪਣੇ ਕੋਲ ਹੈਗਾ ਸਕੈਨਿੰਗ। ਹੁਣ ਸਕੈਨਿੰਗ ਕੀ ਹੈ? ਸਕੈਨਿੰਗ ਦਾ ਮਤਲਬ ਹੈ ਤੁਸੀਂ ਕੀਵਰਡਸ ਐਂਡ ਮਾਈਕਰੋ ਕੀਵਰਡਸ ਜੋ ਮਾਰਕ ਕੀਤੇ ਸੀ ਸਕਿਮਿੰਗ ਕਰਨ ਲੱਗੇ ਐਕਸਰਸਾਈਜ਼ ਦੇ ਵਿੱਚੋਂ, ਤੁਸੀਂ ਉਹਨਾਂ ਨੂੰ ਮੈਚ ਕਰਨਾ ਆ। ਮੈਚ ਕਿਹਦੇ ਵਿੱਚ ਜਾ ਕੇ ਕਰੋਗੇ? ਪੈਰਾਗ੍ਰਾਫ ਦੇ ਵਿੱਚ ਜਾ ਕੇ ਮੈਚ ਕਰੋਗੇ ਔਰ ਉਹਦੇ ਤੁਸੀਂ ਸਿਨੋਨਿਮਸ ਮੈਚ ਕਰੋਗੇ ਐਂਡ ਸਟਰਕਚਰ, ਜਾਂ ਫਿਰ ਅਗਰ ਸੇਮ ਵਰਡ ਤੁਹਾਨੂੰ ਮਿਲਦਾ ਤਾਂ ਤੁਸੀਂ ਉਹਨਾਂ ਦੀ ਮੈਚਿੰਗ ਕਰੋਗੇ। ਮਤਲਬ ਮੰਨ ਲਓ ਤੁਹਾਨੂੰ ਸੈਂਟੈਂਸ ਐਕਸਰਸਾਈਜ਼ ਦੇ ਵਿੱਚ ਵਰਡ ਯੂਜ਼ ਹੋ ਰਿਹਾ ਐਗਰੀਕਲਚਰ, ਤਾਂ ਮਾਈਟ ਵੀ ਪੈਸੇਜ ਦੇ ਵਿੱਚ ਐਗਰੀਕਲਚਰ ਵਰਡ ਨਾ ਹੋਵੇ ਤਾਂ ਤੁਸੀਂ ਉਹਦਾ ਸਿਨੋਨਿਮ ਮੈਚ ਕਰ ਸਕਦੇ ਹੋ, ਜਿਵੇਂ ਦਾ ਸਿਨੋਨਿਮ ਹੋਊਗਾ ਫਾਰਮਿੰਗ, ਠੀਕ ਹੈ? ਇਹਦੇ ਤੋਂ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੀ ਐਗਜ਼ੈਕਟ ਲੋਕੇਸ਼ਨ ਕੀ ਹੈ। ਜਾਂ ਫਿਰ ਕਈ ਵਾਰ ਕੀ ਹੁੰਦਾ ਤੁਹਾਨੂੰ ਸਟਰਕਚਰ ਵੀ ਮੈਚ ਕਰਨਾ ਪੈ ਸਕਦਾ ਆ, ਕਿਉਂਕਿ ਜੋ ਤੁਹਾਡੀ ਐਕਸਰਸਾਈਜ਼ ਹੁੰਦੀ ਆ ਉਹ ਐਜ਼ ਇਟ ਇਜ਼ ਨਹੀਂ ਲਿਖੀ ਹੁੰਦੀ, ਉਹ 2 ਜਾਂ 3 ਲਾਈਨਾਂ ਦੇ ਵਿੱਚ ਹੁੰਦੀ ਹੈ। ਤਾਂ ਤੁਸੀਂ ਸਟਰਕਚਰ ਵੀ ਮੈਚ ਕਰੋਗੇ ਕਿ ਮੇਰੀ ਲੋਕੇਸ਼ਨ ਕੀ ਹੈ ਕੁਐਸਚਨ ਦੀ। ਇਸੇ ਤਰ੍ਹਾਂ ਕਈ ਵਾਰ ਸਿਨੋਨਿਮ ਵੀ ਹੁੰਦੇ ਨੇ ਐਂਡ ਕਈ ਵਾਰੀ ਸੇਮ ਵਰਡਸ ਵੀ ਦਿੱਤੇ ਹੁੰਦੇ ਆ, ਜਿਹਦੇ ਤੋਂ ਤੁਹਾਨੂੰ ਆਨਸਰ ਨੂੰ ਫਾਈਂਡ ਕਰਨਾ ਬਹੁਤ ਈਜ਼ੀ ਹੋ ਜਾਂਦਾ ਆ। ਤਾਂ ਸਭ ਤੋਂ ਪਹਿਲਾਂ ਆਪਾਂ ਰੀਡ ਕੀਤਾ ਸੀਗਾ ਸਕਿਮਿੰਗ। ਸਕਿਮਿੰਗ ਦੇ ਵਿੱਚ ਕੀ ਸੀਗਾ? ਆਪਾਂ ਹਾਈਲਾਈਟ ਕੀਤੇ ਸੀਗੇ ਕੀਵਰਡ ਐਂਡ ਮਾਈਕਰੋ ਕੀਵਰਡ। ਕੀਵਰਡ ਕੀ ਸੀਗਾ? ਕੀਵਰਡ ਦੇ ਵਿੱਚ ਕਿਸੇ ਦਾ ਵੀ ਨੇਮ ਹੋ ਸਕਦਾ ਆ, ਈਅਰ ਜਾਂ ਡੇਟ ਹੋ ਸਕਦੀ ਹੈ, ਜਾਂ ਫਿਰ ਕੋਈ ਵੀ ਮੇਨ ਟੌਪਿਕ ਦੀ ਗੱਲ ਹੋ ਸਕਦੀ ਹੈ। ਮੰਨ ਲਓ ਜਿਵੇਂ ਐਗਰੀਕਲਚਰ ਦੀ ਗੱਲ ਚੱਲ ਰਹੀ ਹੈ। ਇਦਾਂ ਹੀ ਮਾਈਕਰੋ ਕੀਵਰਡ ਦੇ ਵਿੱਚ ਤੁਸੀਂ ਹੈਲਪਿੰਗ ਵਰਬ ਨੂੰ ਮਾਰਕ ਕਰਨਾ ਆ ਐਂਡ ਆਪੋਜ਼ਿਟ ਵਰਡ ਸਾਰੇ ਮਾਰਕ ਕਰੋਗੇ, ਠੀਕ ਹੈ? ਆਪਣੇ ਕੋਲ ਇੱਥੇ ਇੱਕ ਐਗਜ਼ਾਮਪਲ ਹੈ, ਜਿਵੇਂ ਕਿ the surface of the great pyramid is covered in polished limestone slab। कि ਹੁਣ ਆਪਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਤੁਸੀਂ ਆਪਣੇ ਸੈਂਟੈਂਸ ਨੂੰ ਬ੍ਰੇਕ ਕਰਨਾ, ਤਾਂ ਆਪਣੇ ਸੈਂਟੈਂਸ ਨੂੰ ਆਪਾਂ ਬ੍ਰੇਕ ਕਰ ਲੈਂਦੇ ਆ। ਦੇਖੋ ਕਿ ਸਰਫੇਸ ਆ, ਹੁਣ ਸਰਫੇਸ ਕਿਸ ਚੀਜ਼ ਦਾ ਆ? ਆਫ ਗ੍ਰੇਟ ਪਿਰਾਮਿਡ, ਕਿ ਜਿਹੜਾ ਪਿਰਾਮਿਡ ਦਾ ਸਰਫੇਸ ਆ इज कवर्ड। इज ਦਾ ਮਤਲਬ ਮਾਈਕਰੋ ਕੀਵਰਡ ਮੈਂ ਤੁਹਾਨੂੰ ਕਿਹਾ ਸੀ ਮਾਈਕਰੋ ਕੀਵਰਡ ਵੀ ਮਾਰਕ ਕਰਨਾ। ਇਸ ਦਾ ਮਤਲਬ ਕੀ ਆ ਕਿ ਹੁਣ ਵੀ ਕਵਰਡ ਹੈ। ਇਜ਼ ਕਵਰਡ ਕਾਦੇ ਵਿੱਚ ਕਵਰ ਹੈ? ਇਨ ਦਾ ਮਤਲਬ ਵਿੱਚ। ਕਿਸ ਵਿੱਚ ਕਵਰ ਹੈ? ਪੋਲਿਸ਼ ਲਾਈਮਸਟੋਨ ਸਲੈਬ, ਕਿ ਇੱਕ ਪੋਲਿਸ਼ ਕੀਤੇ ਹੋਏ ਲਾਈਮਸਟੋਨ ਸਲੈਬ ਦੇ ਵਿੱਚ ਕਵਰ ਹੈ। ਤਾਂ ਓਵਰਆਲ ਇਹਦਾ ਮਤਲਬ ਕੀ ਮਤਲਬ ਬਣਿਆ ਕਿ ਜਿਹੜਾ ਗ੍ਰੇਟ ਪਿਰਾਮਿਡ ਦਾ ਸਰਫੇਸ ਹੈ ਉਹ ਕਵਰ ਕੀਤਾ ਹੋਇਆ ਹੈ ਪੋਲਿਸ਼ ਲਾਈਮਸਟੋਨ ਸਲੈਬ ਦੇ ਵਿੱਚ।
ਤਾਂ ਸਕਿਮਿੰਗ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਮਾਰਕ ਕਰ ਲੈਣਾ ਨੇਮ। ਤਾਂ ਹੁਣ ਇਹਦੇ ਵਿੱਚ ਨੇਮ ਕੀ ਆ ਗਿਆ, ਗ੍ਰੇਟ ਪਿਰਾਮਿਡ, ਇਹ ਨੇਮ ਆ ਗਿਆ। ਠੀਕ ਹੈ, ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀਗਾ ਕੋਈ ਈਅਰ ਜਾਂ ਡੇਟ ਆਉਂਦੀ ਹੈ ਜਾਂ ਕੋਈ ਮੇਨ ਟੌਪਿਕ। ਹੁਣ ਇਹਦੇ ਵਿੱਚ ਮੇਨ ਟੌਪਿਕ ਕੀ ਹੈ, ਮਤਲਬ ਗ੍ਰੇਟ ਪਿਰਾਮਿਡ ਦੀ ਗੱਲ ਚੱਲਦੀ ਹੈ, ਇਹ ਮੇਰਾ ਮੇਨ ਟੌਪਿਕ ਹੈ। ਤਾਂ ਹੁਣ ਇਹਦੇ ਵਿੱਚ ਕਵਰ ਦੀ ਗੱਲ ਆ, ਸਰਫੇਸ। ਸਰਫੇਸ ਕੀ ਹੁੰਦਾਗਾ, ਬੇਸਿਕਲੀ ਸਰਫੇਸ ਹੁੰਦਾ ਆ ਤਲਾ। ਕਿਸੇ ਵੀ ਜਗ੍ਹਾ ਤੁਸੀਂ ਫਲੋਰ ਦੀ ਗੱਲ ਕਰ ਲਓ, ਅਗਰ ਆਪਣੇ ਘਰ ਦੇ ਵਿੱਚ ਫਲੋਰ ਲੱਗਿਆ ਤਾਂ ਆਪਣੇ ਘਰ ਦਾ ਸਰਫੇਸ ਹੋ ਗਿਆ, ਰਾਈਟ। ਇਹ ਹੋ ਗਈ ਆਪਣੀ ਸਕਿਮਿੰਗ ਜਾਂ ਕੁਇਕ ਰੀਡਿੰਗ। ਇਦਾਂ ਹੀ ਜਿਵੇਂ ਹੁਣ ਆਪਣੇ ਕੋਲ ਸੈਕਿੰਡ ਸੈਂਟੈਂਸ ਆ, ਕਿੰਗ ਖਫਰਾ। ਹੁਣ ਇਹ ਨੇਮ ਆ ਗਿਆ। ਅਗੇਨ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਕਿਮਿੰਗ ਕਰਨ ਲੱਗਿਆ ਤੁਸੀਂ ਅਗਰ ਕੋਈ ਨੇਮ ਆਉਂਦਾ ਆ ਉਹਦੀ ਮਾਰਕਿੰਗ ਕਰ ਲੈਣੀ। ਕਿੰਗ ਖਫਰਾ ਅਗੇਨ ਇੱਕ ਨੇਮ ਆ ਗਿਆ। ਹੁਣ ਇਹ ਕਹਿੰਦੇ ਕਿ ਡਾਇਡ, ਹੁਣ ਇਹ ਲੱਗੀ ਹੋਈ ਹੈ ਸੈਕਿੰਡ ਫਾਰਮ, ਦੈਟ ਮੀਨਸ ਪਾਸਟ ਦੀ ਗੱਲ ਹੋ ਰਹੀ ਹੈ। ਮੇਰਾ ਮਾਈਕਰੋ ਕੀਵਰਡ ਕੀ ਆ ਗਿਆ, ਮਾਈਕਰੋ ਕੀਵਰਡ ਕੀ ਹੈ ਮੇਰਾ, ਡਾਇਡ, ਮਤਲਬ ਕਿ ਪਾਸਟ ਦੇ ਵਿੱਚੋਂ ਮਰਿਆ ਸੀ। ਬਿਫੋਰ, ਬਿਫੋਰ ਦਾ ਮਤਲਬ ਕੀ ਹੈ, ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪੋਜ਼ਿਟ ਵਰਡ ਵੀ ਤੁਸੀਂ ਜ਼ਰੂਰ ਮਾਰਕ ਕਰਨੇ ਆ। ਬਿਫੋਰ ਦਾ ਮਤਲਬ ਪਹਿਲਾਂ, ਹੁਣ ਇਹਦਾ ਆਪੋਜ਼ਿਟ ਵਰਡ ਕੀ ਹੋ ਸਕਦਾ ਆ, ਆਫਟਰ। ਠੀਕ ਹੈ, ਤਾਂ ਜਿਹੜਾ ਕਿੰਗ ਖਫਰਾ ਸੀ ਉਹ ਮਰਿਆ ਸੀ ਪਹਿਲਾਂ ਕਿੰਗ ਚੀਪਸ। ਜਿਹੜਾ ਕਿੰਗ ਕੀਪਸ ਸੀ ਇਹਦੇ ਤੋਂ ਪਹਿਲਾਂ ਜਿਹੜਾ ਇਹ ਵਾਲਾ ਕਿੰਗ ਸੀ ਉਹ ਮਰ ਗਿਆ ਸੀ। ਇਹ ਹੋ ਗਈ ਆਪਣੀ ਸਕਿਮਿੰਗ। ਨੈਕਸਟ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਕੈਨਿੰਗ ਕਰਨੀ ਹੈ, ਮਤਲਬ ਤੁਸੀਂ ਵਰਡਸ ਨੂੰ ਮੈਚ ਕਰਨਾ ਆਪਣੇ ਪੈਰਾਗ੍ਰਾਫ ਦੇ ਵਿੱਚ, ਜਾਂ ਤਾਂ ਸਿਨੋਨਿਮਸ ਹੋਣਗੇ ਜਾਂ ਫਿਰ ਸੈਂਟੈਂਸ ਸਟਰਕਚਰ ਜਾਂ ਸੇਮ ਵਰਡਸ ਨੂੰ ਤੁਸੀਂ ਮੈਚ ਕਰਨਾ। ਹੁਣ ਅਗਰ ਮੰਨ ਲਓ ਇਹਦੇ ਵਿੱਚ ਆਪਾਂ ਨੇਮ ਰੀਡ ਕੀਤੇ ਨੇਗੇ, ਜਿਵੇਂ ਗ੍ਰੇਟ ਪਿਰਾਮਿਡ ਜਾਂ ਇਹ ਦੋ ਨੇਮ ਨੇ, ਹੁਣ ਇਹ ਨੇਮ ਦਾ ਸਿਨੋਨਿਮ ਤੇ ਕੋਈ ਹੋਊਗਾ ਨਹੀਂ, ਇਹ ਐਜ਼ ਇਟ ਇਜ਼ ਹੋਣਗੇ, ਤਾਂ ਇਹਨਾਂ ਨੂੰ ਫਾਈਂਡ ਕਰਨਾ ਬਹੁਤ ਈਜ਼ੀ ਆ, ਰਾਈਟ। ਹੁਣ ਜਿਵੇਂ ਮੈਂ ਲੋਕੇਸ਼ਨ ਸਕੈਨਿੰਗ ਕਰਨ ਲਈ ਸੈਕਿੰਡ ਸਟੈਪ ਆਪਣਾ ਹੈਗਾ ਨਾ, ਸੈਕਿੰਡ ਸਟੈਪ ਆਪਣਾ ਹੈਗਾ ਆ ਸਕੈਨਿੰਗ ਦਾ। ਸੋ ਸਕੈਨਿੰਗ ਕਰਨ ਦੇ ਲਈ ਮੈਂ ਇੱਥੇ ਕੁਝ ਪੈਰਾਗ੍ਰਾਫ ਲਏ ਨੇਗੇ, ਇਹਦੇ ਵਿੱਚ ਆਪਾਂ ਵਰਡਸ ਨੂੰ ਸਕੈਨ ਕਰਾਂਗੇ। ਹੁਣ ਆਪਣਾ ਫਰਸਟ ਵਰਡ ਸੀਗਾ, ਜਿਵੇਂ ਦੇਖੋ ਮੈਨੂੰ ਇੱਥੇ ਕਵਰਡ ਵਰਡ ਮਿਲ ਗਿਆ। ਠੀਕ ਹੈ, ਇਹਦੇ ਵਿੱਚ ਆਪਾਂ ਦੇਖੋ ਕਵਰਡ ਵਰਡ ਸੀ ਨਾ ਆਪਣੇ ਕੋਲੇ, ਕਵਰਡ, ਬਟ ਕਵਰ ਕੀ ਹੋਵੇ, ਸਰਫੇਸ। ਹੁਣ ਆਪਾਂ ਦੇਖਾਂਗੇ ਕਿ ਸਰਫੇਸ ਦੀ ਗੱਲ ਹੈਗੀ ਹੈ। ਦੇਖੋ ਮੈਨੂੰ ਇਹਦੇ ਵਿੱਚ ਸਰਫੇਸ ਦੀ ਗੱਲ ਨਹੀਂ ਮਿਲਦੀ, ਮੈਨੂੰ ਇਹਦੇ ਵਿੱਚ ਪੋਲਿਸ਼ ਲਾਈਮਸਟੋਨ ਸਾਰਾ ਮਿਲ ਗਿਆ ਵਰਡ। ਇਹ ਮੇਰੀ ਸਕੈਨਿੰਗ ਹੋ ਗਈ। ਦੇਖੋ ਮੈਂ ਰੀਡ ਨਹੀਂ ਕੀਤਾ, ਮੈਂ ਸਕੈਨ ਕਰ ਰਹੀ ਹਾਂ, ਮੈਂ ਪੈਰਾਗ੍ਰਾਫ ਨੂੰ ਰੀਡ ਨਹੀਂ ਕੀਤਾ ਕਿ ਮੈਂ ਉਹਨਾਂ ਪਾਰਟਿਕੂਲਰ ਵਰਡਸ ਨੂੰ ਹੀ ਸਕੈਨ ਕਰ ਰਹੀ ਹਾਂ। ਇਹਦੇ ਵਿੱਚ ਆਪਣੇ ਕੋਲ ਵਰਡ ਕੀ ਸੀਗਾ, ਗ੍ਰੇਟ ਪਿਰਾਮਿਡ ਕਵਰਡ ਇਨ ਪੋਲਿਸ਼ਡ ਲਾਈਮਸਟੋਨ। ਤਾਂ ਮੈਨੂੰ ਆ ਜਿਹੜੀ ਪਿੱਛੇ ਵਾਲੀ ਸਾਰੀਆਂ ਲੋਕੇਸ਼ਨ ਸੀਗੀ ਕਵਰਡ ਇਨ ਪੋਲਿਸ਼ ਲਾਈਮਸਟੋਨ, ਇਹ ਸਾਰੀ ਮਿਲ ਗਈ ਇਹਦੇ ਵਿੱਚ। ਤਾਂ ਇਹੀ ਮੇਰੀ ਹੋ ਗਈ ਸਕੈਨਿੰਗ। ਠੀਕ ਹੈ, ਇਹ ਮੇਰੀ ਹੋ ਗਈ ਸਕੈਨਿੰਗ। ਨੈਕਸਟ ਮੇਰੇ ਕੋਲ ਸੈਂਟੈਂਸ ਸੀਗਾ ਕਿੰਗ ਖਫਰਾ ਡਾਇਡ ਬਿਫੋਰ ਕਿੰਗ ਕੀਪਸ। ਤਾਂ ਇਹ ਵੀ ਦੇਖ ਲੈਂਦੇ ਆ। ਦੇਖੋ ਦੇਖੋ ਕਿੰਗ ਖਫਰਾ, ਮੈਨੂੰ ਸਕੈਨਿੰਗ, ਮੈਂ ਸਿਰਫ ਸਕੈਨ ਕਰ ਰਹੀ ਹਾਂ ਵਰਡਸ ਨੂੰ। ਆ ਦੇਖੋ ਸਕੈਨ ਕੀਤਾ, ਆਪਾਂ ਨੂੰ ਕਿੰਗ ਖਫਰਾ ਮਿਲ ਗਿਆ, ਕੀਪਸ ਵੀ ਮਿਲ ਗਿਆ। ਠੀਕ ਹੈ, ਇਹ ਮੇਰੀ ਹੋ ਗਈ ਸਕੈਨਿੰਗ। ਇਸ ਤੋਂ ਨੈਕਸਟ ਆਪਣਾ ਸਟੈਪ ਹੈਗਾ ਹੈ ਕਲੋਜ਼ ਰੀਡਿੰਗ ਦਾ। ਦੇਖੋ ਤੁਸੀਂ ਨਾ ਸਭ ਪਹਿਲਾਂ ਹੀ ਰੀਡਿੰਗ ਕਰਨੀ ਸਟਾਰਟ ਨਹੀਂ ਕਰ ਦੇਣੀ ਕਿ ਜਦੋਂ ਤੁਹਾਨੂੰ ਤੁਹਾਡੇ ਮਾਈਕਰੋ ਕੀਵਰਡ ਜਾਂ ਕੀਵਰਡ ਮਿਲ ਗਏ ਉਸ ਤੋਂ ਬਾਅਦ ਤੁਸੀਂ ਸਕੈਨਿੰਗ ਸਟਾਰਟ ਕਰਨੀ ਹੈ। ਤਾਂ ਜਦੋਂ ਤੁਹਾਨੂੰ ਤੁਹਾਡਾ ਕੀਵਰਡ ਮਿਲ ਗਿਆ ਔਰ ਮਾਈਕਰੋ ਕੀਵਰਡ ਮਿਲ ਗਿਆ ਤਾਂ ਤੁਸੀਂ ਉਹਨੂੰ ਰੀਡ ਕਰਨਾਗਾ। ਹੁਣ ਤੁਸੀਂ ਉਹਨੂੰ ਰੀਡ ਕਿੱਦਾਂ ਕਰਨਾਗਾ, ਤੁਸੀਂ ਜਿੱਥੇ ਤੁਹਾਨੂੰ ਤੁਹਾਡਾ ਕੀਵਰਡ ਮਿਲੇਗਾ ਉਸ ਦੇ ਉੱਪਰ ਵਾਲੀਆਂ ਇੱਕ ਦੋ ਲਾਈਨਸ ਤੇ ਉਹਦੀਆਂ ਨੀਚੇ ਵਾਲੀਆਂ ਇੱਕ ਦੋ ਲਾਈਨਸ ਨੂੰ ਤੁਸੀਂ ਡੀਪਲੀ ਰੀਡ ਕਰੋਗੇ। ਟੂ ਅੰਡਰਸਟੈਂਡ ਦੀ ਸਟਰਕਚਰ ਆਲਸੋ ਯੋਰ ਲੋਕੇਸ਼ਨ ਵਿਲ ਬੀ ਐਕੂਰੇਟ। ਤੁਸੀਂ ਕੀ ਕਰਨਾਗਾ, ਟਰਾਈ ਟੂ ਅੰਡਰਸਟੈਂਡ ਸਟਰਕਚਰ ਟੂ ਲੋਕੇਟ ਯੋਰ ਲੋਕੇਸ਼ਨ। ਆਪਣੀ ਲੋਕੇਸ਼ਨ ਨੂੰ ਫਾਈਂਡ ਕਰਨ ਦੇ ਲਈ ਤੁਸੀਂ ਕੀ ਕਰਨਾਗਾ, ਟਰਾਈ ਟੂ ਅੰਡਰਸਟੈਂਡ ਦੀ ਸਟਰਕਚਰ ਯੋਰ ਲੋਕੇਸ਼ਨ ਵਿਲ ਬੀ ਐਕੂਰੇਟ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਲੋਕੇਸ਼ਨ ਆ ਉਹ ਐਕੂਰੇਟ ਹੋਵੇ ਤਾਂ ਤੁਸੀਂ ਸਟਰਕਚਰ ਨੂੰ ਅੰਡਰਸਟੈਂਡ ਕਰਨਾ। ਮਤਲਬ ਵੀ ਜਿੱਥੇ ਤੁਹਾਨੂੰ ਤੁਹਾਡਾ ਮਾਈਕਰੋ ਕੀਵਰਡ ਜਾਂ ਕੀਵਰਡ ਮਿਲੇਗਾ ਉਹਦੇ ਉੱਪਰ ਵਾਲੇ ਇੱਕ ਦੋ ਲਾਈਨ ਤੇ ਉਹਦੇ ਨੀਚੇ ਵਾਲੇ ਇੱਕ ਦੋ ਲਾਈਨ ਨੂੰ ਰੀਡ ਜ਼ਰੂਰ ਕਰਨਾ ਆ। ਰੀਡ, ਚਲੋ ਰੀਡ ਕਰ ਲੈਂਦੇ ਆ। ਰੀਡ, ਅੱਛਾ ਰੀਡ ਕਰਨ ਤੋਂ ਬਾਅਦ ਤੁਸੀਂ ਆਪਣਾ ਆਨਸਰ ਡਿਸਾਈਡ ਕਰਨਾਗਾ। ਠੀਕ ਹੈ, ਡੋਂਟ ਸਕਿਮ ਐਂਡ ਮਾਰਕ ਯੂਰ ਆਨਸਰ ਡਾਇਰੈਕਟਲੀ, ਮਸਟ ਫॉलो ਦੀ ਆਲ ਸਟੈਪਸ ਟੂ ਗੈਟ ਹਾਈ ਸਕੋਰ ਇਨ ਰੀਡਿੰਗ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਕੋਰ ਰੀਡਿੰਗ ਦੇ ਵਿੱਚੋਂ ਹਾਈ ਹੋਣ ਤਾਂ ਸਿਰਫ ਸਕਿਮ ਕਰਕੇ ਆਪਣੇ ਆਨਸਰ ਨੂੰ ਡਿਸਾਈਡ ਨਾ ਕਰੋ। ਪਹਿਲਾਂ ਆਪਣੇ ਵਰਡਸ ਨੂੰ ਸਕੈਨ ਕਰੋ, ਸਕੈਨ ਕਰਨ ਤੋਂ ਬਾਅਦ ਤੁਸੀਂ ਕਲੋਜ਼ਲੀ ਰੀਡ ਕਰੋ, ਦੈਨ ਆਪਣਾ ਆਨਸਰ ਡਿਸਾਈਡ ਕਰੋ। ਹੁਣ ਆਪਾਂ ਆਪਣੇ ਆਨਸਰ ਨੂੰ ਸਕਿਮ ਤੇ ਕਰ ਲਿਆ ਸੀਗਾ ਐਕਸਰਸਾਈਜ਼ ਦੇ ਵਿੱਚ, ਸਕੈਨ ਵੀ ਕਰ ਲਿਆ, ਵਾਸ ਕਵਰਡ ਇਨ ਹਾਈਲੀ ਪੋਲਿਸ਼ ਲਾਈਮਸਟੋਨ। ਤਾਂ ਹੁਣ ਆਪਣੇ ਕੋਲ ਥਰਡ ਸਟੈਪ ਸੀਗਾ ਕਲੋਜ਼ ਰੀਡਿੰਗ ਦਾ।
ਜਦੋਂ ਆਪਾਂ ਇਹਨੂੰ ਕਲੋਜ਼ਲੀ ਰੀਡ ਕੀਤਾ, ਦੇਖੋ originally the exterior was covered in, ਹੁਣ ਇਹਨੇ ਕੀ ਕਿਹਾ ਵਾ exterior, exterior ਦਾ ਮਤਲਬ ਕੀ ਹੁੰਦਾ ਹੈ, exterior ਦਾ ਮਤਲਬ ਹੁੰਦਾ ਆ ਬਾਹਰ ਵਾਲਾ ਹਿੱਸਾ। ਜਿਵੇਂ ਆਪਾਂ exterior ਦਾ opposite ਕਹਿੰਦੇ interior, ਮਤਲਬ internal ਤੁਸੀਂ ਕੀ ਡੈਕੋਰੇਸ਼ਨ ਕੀਤੀ ਹੈ ਉਹ ਹੁੰਦਾ ਤੁਹਾਡਾ interior, ਬਾਹਰ ਕੀ ਚੀਜ਼ ਤੁਸੀਂ ਦਿਖਾ ਰਹੇ ਹੋ ਉਹ ਤੁਹਾਡਾ ਹੈਗਾ exterior। ਹੁਣ ਇਹਨੇ ਕਿਹਾ ਵਾ ਕਿ ਜਿਹੜਾ exterior ਸੀਗਾ ਉਹ cover ਸੀਗਾ, was covered ਮਤਲਬ ਪਹਿਲਾਂ covered ਸੀਗਾ ਇੱਕ ਪੋਲਿਸ਼ ਲਾਈਮਸਟੋਨ ਸਲੈਬ ਦੇ ਵਿੱਚ, ਠੀਕ ਹੈ। ਬਟ ਆਪਣਾ ਕੁਐਸਚਨ ਕੀ ਸੀਗਾ, ਦਿਸ ਸਰਫੇਸ ਆਫ ਗ੍ਰੇਟ ਪਿਰਾਮਿਡ ਇਜ਼ ਕਵਰਡ ਇਨ ਪੋਲਿਸ਼ ਲਾਈਮਸਟੋਨ ਸਲੈਬ, ਕਿ ਜਿਹੜਾ ਪਿਰਾਮਿਡ ਦਾ ਸਰਫੇਸ ਆ ਉਹ ਹੁਣ ਵੀ ਇਜ਼ ਕਵਰਡ, ਹੁਣ ਵੀ ਕਵਰ ਹੈ ਪੋਲਿਸ਼ ਲਾਈਮਸਟੋਨ ਸਲੈਬ ਦੇ ਵਿੱਚ। ਫਸਟ ਆਫ ਆਲ ਪ੍ਰੈਜ਼ੈਂਟ ਦੀ ਗੱਲ ਨਹੀਂ ਹੈਗੀ, ਉੱਥੇ ਪਾਸਟ ਦੀ ਗੱਲ ਹੈ, ਕਿਉਂਕਿ ਆਪਾਂ ਪੜ੍ਹਿਆ ਸੀਗਾ ਕਿ ਉੱਥੇ ਵਰਡ ਯੂਜ਼ ਹੋਇਆ ਆ was covered, ਕਿ ਪਹਿਲਾਂ ਕਵਰ ਹੁੰਦਾ ਸੀਗਾ। ਐਂਡ ਕਵਰ ਕੀ ਸੀਗਾ, ਐਕਸਟੀਰੀਅਰ ਕਵਰ ਸੀਗਾ। ਬਟ ਸਾਨੂੰ ਇੱਥੇ ਐਕਸਰਸਾਈਜ਼ ਦੇ ਵਿੱਚ ਕੀ ਕਿਹਾ ਕਿ ਸਰਫੇਸ ਕਵਰ ਹੈ। ਸਰਫੇਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਕੋਈ ਫਲੋਰ ਹੋ ਗਿਆ, ਕੋਈ ਤਲਾ ਹੋ ਗਿਆ, ਤਾਂ ਉਹਦਾ ਸਰਫੇਸ ਨਹੀਂ ਕਵਰ ਸੀਗਾ, ਉਹਦਾ ਐਕਸਟੀਰੀਅਰ ਕਵਰ ਸੀ। ਤਾਂ ਦੇਖੋ ਨੋਟ ਆਂਸਰ ਕੀ ਆਊਗਾ, ਟਰੂ ਆਏਗਾ, ਫਾਲਸ ਆਏਗਾ, ਨੋਟ ਗਿਵਨ ਆਏਗਾ। ਦੇਖੋ ਟਰੂ ਤੇ ਆਏਗਾ ਨਹੀਂ ਕਿਉਂਕਿ ਇਨਫੋਰਮੇਸ਼ਨ ਗਲਤ ਹੈ। ਇਹਨਾਂ ਨੇ ਕਿਹਾ ਕਿ ਸਰਫੇਸ, ਉੱਥੇ ਗੱਲ ਹੋਈ ਹੈ ਐਕਸਟੀਰੀਅਰ ਦੀ, ਤਾਂ ਟਰੂ ਤੇ ਆਏਗਾ ਹੀ ਨਹੀਂ। ਆਂਸਰ ਨੋਟ ਗਿਵਨ ਵੀ ਨਹੀਂ ਆਏਗਾ ਕਿਉਂਕਿ ਚੀਜ਼ ਲਾਸਟ ਵਾਲਾ ਆਬਜੈਕਟ ਹੈ, ਤੁਹਾਡਾ ਪੈਰਾਗ੍ਰਾਫ ਦੇ ਵਿੱਚ ਐਜ਼ ਇਟ ਇਜ਼ ਹੀ ਪਿਆ ਆ, ਕਵਰ ਇਨ ਪੋਲਿਸ਼ ਲਾਈਮਸਟੋਨ ਸਲੈਬ, ਇਹ ਤਾਂ ਐਜ਼ ਇਟ ਇਜ਼ ਹੀ ਪਿਆ ਆ, ਸਿਰਫ ਤੁਹਾਡਾ ਸਬਜੈਕਟ ਨਹੀਂ ਮੈਚ ਕਰ ਰਿਹਾ। ਇੱਥੇ ਇਹਨਾਂ ਨੇ ਕਿਹਾ ਕਿ ਸਰਫੇਸ, ਉੱਥੇ ਉਹਨਾਂ ਨੇ ਕਿਹਾ ਆ ਐਕਸਟੀਰੀਅਰ, ਬਾਕੀ ਸਾਰਾ ਸੇਮ ਹੈ। ਤਾਂ ਆਂਸਰ ਤੁਹਾਡਾ ਕੀ ਆ ਜਾਊਗਾ, ਫਾਲਸ, ਠੀਕ ਹੈ। ਆਂਸਰ ਤੁਹਾਡਾ ਆ ਜਾਊਗਾ ਫਾਲਸ, ਕਿਉਂਕਿ ਸਰਫੇਸ ਨਹੀਂ ਕਵਰ ਹੈਗਾ, ਐਕਸਟੀਰੀਅਰ ਕਵਰ ਹੈ। ਪੈਰਾਗ੍ਰਾਫ ਦੇ ਵਿੱਚ ਇਹ ਚੀਜ਼ ਦਿੱਤੀ ਹੋਈ ਹੈ। ਹੁਣ ਸੈਕਿੰਡ ਆਪਣੇ ਕੋਲ ਸੈਂਟੈਂਸ ਸੀਗਾ, ਕਿੰਗ ਖਫਰਾ ਡਾਈਡ ਬਿਫੋਰ ਕਿੰਗ ਕਿਪ, ਕਿ ਜਿਹੜਾ ਇਹ ਵਾਲਾ ਬੰਦਾ ਸੀ ਇਹਦੇ ਤੋਂ ਪਹਿਲਾਂ ਮਰ ਗਿਆ ਸੀ, ਠੀਕ ਹੈ। ਇਹ ਆਪਣੀ ਸਕਿਮਿੰਗ ਹੋ ਗਈ। ਹੁਣ ਆਪਾਂ ਕਿਤੇ ਸਕੈਨਿੰਗ ਕਰਨ ਲੱਗਿਆ, ਆਪਾਂ ਆਪਣਾ ਜਿਹੜਾ ਵਰਡ ਸੀਗਾ ਪੈਰਾਗ੍ਰਾਫ ਦੇ ਵਿੱਚ ਸਕੈਨ ਕਰ ਲਿਆ, ਆਪਾਂ ਹਜੇ ਤੱਕ ਰੀਡਿੰਗ ਨਹੀਂ ਕੀਤੀ। ਥਰਡ ਆਪਣਾ ਸਟੈਪ ਸੀਗਾ ਕਲੋਜ਼ ਰੀਡਿੰਗ ਦਾ। ਕਲੋਜ਼ ਰੀਡਿੰਗ ਮੈਂ ਤੁਹਾਨੂੰ ਕਿਹਾ ਸੀ ਜਿੱਥੇ ਤੁਹਾਨੂੰ ਤੁਹਾਡਾ ਕੀਵਰਡ ਹੈ ਮਾਈਕਰੋ ਕੀਵਰਡ ਮਿਲੂਗਾ, ਤੁਸੀਂ ਉਹਦੇ ਉੱਪਰ ਵਾਲੇ 1-2 ਲਾਈਨ ਜਾਂ ਨੀਚੇ ਵਾਲੇ 1-2 ਲਾਈਨ ਨੂੰ ਰੀਡ ਕਰਨਾ ਸਟਾਰਟ ਕਰ ਦੇਣਾ ਹੈ। ਤਾਂ ਮੈਨੂੰ ਮਿਲਿਆ ਮੇਰਾ ਕੀਵਰਡ ਇਸ ਲਾਈਨ ਦੇ ਵਿੱਚ, ਤਾਂ ਇਹ ਲਾਈਨ ਜਿੱਥੋਂ ਸਟਾਰਟ ਹੋ ਰਹੀ ਹੈ ਮੈਨੂੰ ਰੀਡ ਕਰਾਂਗੇ। The face is possibly a portrait of King Khafra, the son of Kepis, who was buried in the second largest pyramid. Buried ਦਾ ਮਤਲਬ ਕੀ ਹੁੰਦਾ? Buried ਦਾ ਮਤਲਬ ਹੁੰਦਾ ਦੱਬਣਾ। ਮਤਲਬ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਤਾਂ ਉਹਨੂੰ ਜਦੋਂ ਦੱਬਦੇ ਤਾਂ ਉਹਨੂੰ ਬੋਲਦੇ ਨੇ ਕਿ ਉਹਨੂੰ buried ਦੱਬਤਾ। ਹੁਣ ਇਹਦੇ ਵਿੱਚ ਲਿਖਿਆ ਵਾ ਕਿ ਜਿਹੜਾ ਕਿੰਗ ਖਫਰਾ ਸੀ, ਜਿਹੜਾ ਕਿ ਇਹ ਬੰਦੇ ਦਾ ਪੁੱਤਰ ਸੀ, ਸਨ ਸੀ, ਉਸ ਨੂੰ ਬਰੀਡ ਕੀਤਾ ਗਿਆ ਸੈਕਿੰਡ ਲਾਰਜੈਸਟ ਪਿਰਾਮਿਡ ਦੇ ਵਿੱਚ। ਤਾਂ ਕੌਣ ਕਿਹਦੇ ਤੋਂ ਪਹਿਲਾਂ ਮਰਿਆ? ਹੁਣ ਇਹਨੂੰ ਤਾਂ ਬਰੀਡ ਕਰਤਾ, ਬਰੀਡ ਤਾਂ ਹੀ ਕੀਤਾ ਜੇ ਉਹ ਮਰਿਆ ਹੋਊਗਾ। ਜੇ ਇਹ ਮਤਲਬ ਇਹ ਬੰਦਾ ਮਰ ਚੁੱਕਿਆ ਸੀ ਤਾਂ ਹੀ ਇਸ ਬੰਦੇ ਨੂੰ ਬਰੀ ਕੀਤਾ, ਇਹ ਤਾਂ ਕਨਫਰਮ ਹੈ ਕਿ ਇਹ ਮਰ ਗਿਆ। ਬਟ ਹੁਣ ਇਹ ਬੰਦਾ ਇਹਦੇ ਤੋਂ ਪਹਿਲਾਂ ਮਰਿਆ ਜਾਂ ਇਹਦੇ ਤੋਂ ਬਾਅਦ ਮਰਿਆ, ਇਹ ਕਿਤੇ ਲਿਖਿਆ ਨਹੀਂ ਹੈ, ਠੀਕ ਹੈ। ਜਿਹੜਾ ਇਹ ਪਰਸਨ ਆ, ਹੁਣ ਇੱਥੇ ਆਪਣੇ ਕੋਲ ਐਕਸਰਸਾਈਜ਼ ਦੇ ਵਿੱਚ ਕੀ ਸੀ ਕਿ ਜਿਹੜਾ ਇਹ ਖਫਰਾ ਸੀ ਇਹ ਬੰਦੇ ਤੋਂ ਪਹਿਲਾਂ ਮਰ ਗਿਆ ਸੀ, ਠੀਕ ਹੈ। ਹੁਣ ਇਸ ਬੰਦੇ ਦੇ ਬਰੀਡ ਹੋਣ ਦੀ ਗੱਲ ਤੇ ਦਿੱਤੀ ਹੋਈ ਹੈ, ਬਟ ਮਰਿਆ ਕਦੋਂ ਸੀਗਾ? ਪਹਿਲਾਂ ਮਰਿਆ ਸੀ, ਬਾਅਦ ਵਿੱਚ ਮਰਿਆ ਸੀ, ਕਿਤੇ ਵੀ ਨਹੀਂ ਦਿੱਤਾ। ਤਾਂ ਇਸ ਕੇਸ ਦੇ ਵਿੱਚ ਆਪਣਾ ਆਨਸਰ ਕੀ ਆ ਗਿਆ? ਦੇਖੋ ਟਰੂ ਤੇ ਆਏਗਾ ਨਹੀਂ ਕਿਉਂਕਿ ਇਨਫੋਰਮੇਸ਼ਨ ਸੇਮ ਨਹੀਂ ਹੈ। ਫਾਲਸ ਨਹੀਂ ਆਏਗਾ ਕਿਉਂਕਿ ਉਹਦੇ ਮਰਨ ਦੀ ਜਾਂ ਨਾ ਮਰਨ ਦੀ ਕਿਤੇ ਗੱਲ ਨਹੀਂ ਹੈਗੀ, ਠੀਕ ਹੈ। ਤੇ ਆਪਣਾ ਆਨਸਰ ਆਏਗਾ ਨॉट गिवन। ਇਸ ਲਈ ਜਦੋਂ ਵੀ ਤੁਸੀਂ ਰੀਡਿੰਗ ਨੂੰ ਸੋਲਵ ਕਰਨਾ ਆ ਤਾਂ ਤੁਸੀਂ ਇਹ ਜੋ ਸਟੈਪਸ ਨੇ ਇਹਨਾਂ ਨੂੰ ਜ਼ਰੂਰ ਫੋਲੋ ਕਰਨਾ ਆ। ਫਸਟ ਸਟੈਪ ਆਪਣਾ ਹੈਗਾ ਸਕਿਮ। ਸਭ ਤੋਂ ਪਹਿਲਾਂ ਤੁਸੀਂ ਆਪਣੇ ਪੈਰਾਗ੍ਰਾਫ ਐਕਸਰਸਾਈਜ਼ ਵਾਲੇ ਪਾਰਟ ਨੂੰ ਸਕਿਮ ਕਰੋ, ਉਹਦੇ ਵਿੱਚੋਂ ਮਾਰਕ ਕਰੋ ਕੀਵਰਡ ਐਂਡ ਮਾਈਕਰੋ ਕੀਵਰਡ, ਦੈਨ ਉਹਨੂੰ ਸਕੈਨ ਕਰੋ। ਸਕੈਨ ਕਿਹਦੇ ਵਿੱਚ ਜਾ ਕੇ ਕਰਨਾ? ਤੁਸੀਂ
ਪੈਸੇਜ ਦੇ ਵਿੱਚ ਜਾ ਕੇ ਸਕੈਨ ਕਰਨਾ ਆ ਐਂਡ ਸਕੈਨਿੰਗ ਕਰਨ ਤੋਂ ਬਾਅਦ ਜਿੱਥੇ ਤੁਹਾਨੂੰ ਤੁਹਾਡਾ ਕੀਵਰਡ ਜਾਂ ਮਾਈਕਰੋ ਕੀਵਰਡ ਮਿਲੂਗਾ ਉਹਦੀ ਤੁਸੀਂ ਕਲੋਜ਼ ਰੀਡਿੰਗ ਕਰਨੀ ਆ। ਉਸ ਤੋਂ ਬਾਅਦ ਤੁਸੀਂ ਆਪਣੇ ਆਨਸਰ ਨੂੰ ਡਿਸਾਈਡ ਕਰਨਾ ਕਿ ਮੈਂ ਆਨਸਰ ਕੀ ਲਗਾਉਣਾ, ਟਰੂ ਲਗਾਉਣਾ ਹੈ, ਫਾਲਸ ਲਗਾਉਣਾ ਹੈ, ਨਾਟ ਗਿਵਨ ਲਗਾਉਣਾ ਹੈ, ਆਪਸ਼ਨ ਏ ਲਗਾਉਣੀ ਹੈ, ਆਪਸ਼ਨ ਬੀ ਲਗਾਉਣੀ ਹੈ, ਸੀ ਲਗਾਉਣੀ ਹੈ, ਕੀ ਲਗਾਉਣਾ ਹੈ। ठीक है। और इस तरीके नाल तुसी अपने रीडिंग नू 1 या 1.5 मिनट दे विच सॉल्व कर सकते हो। अगर कोई क्वेश्चन 1 या 1.5 मिनट तो टाइम ज़्यादा ले रहे तो तुसी उन्हें प्लीज स्किप कर दो और मूव ऑन स्ट्रैटेजी ते वर्क करो। अगर तुसी चाहते हो कि मैं पर्टिकुलर ट्रू फॉल्स नॉट गिवन या कोई रीडिंग का कोई भी इदा का सैक्शन सॉल्व करके दिखावा ओदी वीडियो अपलोड कर दे तुसी कमेंट कर सकते हो। बाकी तुसी साडे ईमेल आईडी ते या फिर कॉन्टैक्ट नंबर ते कॉन्टैक्ट करके अगर तुहाडी कोई भी क्वेरी हैगी आ किसी भी मॉड्यूल दे रिगार्डिंग कोई ट्यूटोरियल चाहिए तुसी कॉन्टैक्ट कर सकते हो। साडा यूट्यूब चैनल सबसक्राइब करना ना भूलियो। अगर तुहानू वीडियो वधिया लगी इन्फॉर्मेटिव लगी तो तुसी लाइक जरूर करो और कॉमेंट करके अपने व्यूज़ जरूर दियो। थैंक यू।